ਬਚਿੰਤ ਕੌਰ ਦੀ ਕਹਾਣੀ ਹੈ ਚਾਚਾ ਕੈਦੋਂ ਨਹੀਂ ਮਰਿਆ। ਚੁਬਾਰੇ ਦੀ ਛੱਤ ਉੱਤੇ ਬੇਚੈਨ ਘਬਰਾਈ ਹੋਈ ਸਾਂਵਲੀ ਨੂੰ ਜਦੋਂ ਰਾਜੇ ਦੀ ਕਾਰ ਦਿਖਾਈ ਦਿੱਤੀ ਤਾਂ ਉਹਦਾ ਕਲੇਜਾ ਹੋਰ ਵੀ ਤੇਜ਼ ਧੜਕਣ ਲੱਗ ਪਿਆ। ਰਾਜਾ ਤਾਂ ਬੇਖੌਫ ਆਪਣੀ ਗੱਡੀ ਨੂੰ ਵਾਹੋ ਦਾਈ ਸਾਂਵਲੀ ਦੀ ਗਲੀ ਤੱਕ ਲੈ ਆਇਆ ਸੀ ਤੇ ਜਦੋਂ 3-4 ਬੂਹੇ ਹੋਰ ਲੰਘ ਕੇ ਕਾਰ ਰਾਜੇ ਨੇ ਬਿਲਕੁਲ ਹੀ ਸਾਂਵਲੀ ਦੇ ਦਰਵਾਜ਼ੇ ਮੂਹਰੇ ਲਿਆ ਖੜੀ ਕੀਤੀ ਤਾਂ ਜਿਵੇਂ ਸਾਂਵਲੀ ਦਾ ਹੇਠਲਾ ਸਾਹ ਹੇਠਾਂ ਤੇ ਉੱਪਰਲਾ ਉੱਪਰ ਹੀ ਅਟਕ ਗਿਆ। ਉਹਦੇ ਹੱਥ 'ਚ ਘੁੱਟ ਕੇ ਫੜੇ ਸੈੱਲ ਫੋਨ ਉੱਤੇ ਛੇਤੀ ਉਂਗਲੀਆਂ ਘੁਮਾਉਂਦਿਆਂ ਰਾਜੇ ਨੂੰ ਗੱਡੀ ਪਿਛਾਂਹ ਦਰੱਖਤ ਦੇ ਹੇਠ ਰੋਕਣ ਲਈ ਕਿਹਾ। ਰਾਜੇ ਨੇ ਫੋਨ ਸੁਣਦਿਆਂ ਹੀ ਘਰ ਨੂੰ ਗਜ਼ ਭਰ ਪਿਛਾਂਹ ਕਰਕੇ ਕਾਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਦਿਆਂ ਕਿਹਾ, ਸਾਂਵਲੀ ਹੁਣ ਛੇਤੀ ਕਰ, ਤੂੰ ਹੇਠਾਂ ਆ ਜਾ। ਆਵਾਂ ਕਿਵੇਂ? ਮੇਰੇ ਹੱਥ 'ਚ ਜੋ ਰੱਸਾ ਹੈ ਉਹ ਬਹੁਤ ਛੋਟਾ ਹੋਣ ਕਰਕੇ ਜ਼ਮੀਨ ਤੱਕ ਨਹੀਂ ਪਹੁੰਚ ਰਿਹਾ। ਮੈਨੂੰ ਡਰ ਹੈ ਮੈਂ ਚੁਬਾਰੇ ਤੋਂ ਕਿਧਰੇ ਹੇਠਾਂ ਨਾ ਡਿੱਗ ਜਾਵਾਂ। ਪਰਵਾਹ ਨਾ ਕਰ, ਹੇਠਾਂ ਮੈਂ ਖੜਾ, ਤੈਨੂੰ ਹੱਥਾਂ 'ਚ ਬੋਚ ਲਵਾਂਗਾ, ਪਰ ਹੁਣ ਤੂੰ ਪਿਛਾਂਹ ਕਦਮ ਨਾ ਮੋੜੀ। ਭਾਵੇਂ ਤੈਨੂੰ ਚੁਬਾਰੇ ਉੱਪਰੋਂ ਹੀ ਛਲਾਂਗ ਲਾਉਣੀ ਪਵੇ ਤਾਂ ਲਗਾ ਲੈ, ਮੈਂ ਤੈਨੂੰ ਭੋਰਾ ਸੱਟ ਨਹੀਂ ਲੱਗਣ ਦੇਵਾਂਗਾ। ਮੈਂ ਬੁਰੀ ਤਰ੍ਹਾਂ ਉਲਝਣ 'ਚ ਆਂ, ਕਿਧਰੇ ਮੇਰੀ ਦਾਦੀ ਜੀ ਜਾਗ ਹੀ ਨਾ ਪਵੇ ਆਵਾਜ਼ ਸੁਣ ਕੇ। ਇਸੇ ਕਰਕੇ ਤੇ ਕਹਿ ਰਿਹਾ, ਰੱਸੇ ਦੇ ਸਹਾਰੇ ਨਾਲ ਤੂੰ ਜਿੰਨਾ ਕੁ ਹੇਠਾਂ ਤੱਕ ਆ ਸਕਦੀ ਹੈ ਆ ਜਾ, ਬਾਕੀ ਮੈਂ ਦੇਖ ਲਾਂਗਾ। ਮੈਂ ਆਪਣੀ ਕਾਰ ਘਰ ਦੇ ਬੂਹੇ ਕੋਲ ਲਿਆ ਕੇ ਕਾਰ ਦੇ ਉੱਪਰ ਆਪ ਖੜਾ ਹੋ ਜਾਣਾ, ਤੂੰ ਛੇਤੀ ਰੱਸਾ ਲਟਕਾ ਹੇਠਾਂ। ਰਾਜੇ ਦੀ ਗੱਲ ਸੁਣ ਸਾਂਵਲੀ ਨੇ ਆ ਦੇਖਿਆ ਨਾ ਤਾਂ ਹਨੇਰੇ ਦੀ ਆੜ ਲੈ ਕੇ ਰੱਸਾ ਹੇਠਾਂ ਲਟਕਾਇਆ ਤੇ ਝੱਟ ਉਹਦੇ ਸਹਾਰੇ ਵੀਹੀ 'ਚ ਲਟਕ ਗਈ। ਚੁਬਾਰੇ ਦੀ ਉਚਾਈ ਬਹੁਤ ਉੱਚੀ ਸੀ, ਜਿਸ ਕਰਕੇ ਸਾਂਵਲੀ ਦੇ ਪੈਰਾਂ ਤੱਕ ਰਾਜੂ ਦੇ ਹੱਥ ਨਾ ਅੱਪੜ ਸਕੇ। ਆਖਰ ਸਾਂਵਲੀ ਨੇ ਰੱਸਾ ਉੱਥੇ ਛੱਡ ਹੇਠਾਂ ਛਲਾਂਗ ਮਾਰਤੀ। ਧੜਮ ਕਰਦੀ ਰਾਜੇ ਦੀ ਕਾਰ ਦੇ ਪਿਛਲੇ ਪਾਸੇ ਜਾ ਡਿੱਗੀ। ਰਾਜੇ ਨੇ ਬਿਨਾਂ ਇੱਧਰ ਉੱਧਰ ਦੇਖਿਆ ਹਾਏ ਹਾਏ ਉਈ ਉਈ ਕਰਦੀ ਸਾਂਵਲੀ ਨੂੰ ਕਾਰ ਦੇ ਅੰਦਰ ਸੁੱਟ ਕਾਰ ਅੰਨ੍ਹੇਵਾਹ ਭਜਾ ਲਈ। ਰਾਤ ਦੇ ਘੁੱਪ ਹਨੇਰੇ 'ਚ ਕੱਚੀਆਂ ਗਲੀਆਂ ਦੀ ਧਰਤੀ ਹਿਲਾਉਂਦੀ ਬਿੰਦ ਵਿੱਚ ਹੀ ਰਾਜੇ ਦੀ ਕਾਰ ਵਜ਼ੀਰਪੁਰ ਪਿੰਡ ਦੀ ਜੂਹ ਤੋਂ ਬਾਹਰ ਪੱਕੀ ਸੜਕ 'ਤੇ ਆ ਪਹੁੰਚੀ। ਜੀਟੀ ਰੋਡ 'ਤੇ ਪਹੁੰਚਦਿਆਂ ਹੀ ਰਾਜੇ ਨੇ ਸਾਂਵਲੀ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ। ਸਾਂਵਲੀ ਤਾਂ ਜਿਵੇਂ ਰਾਜੇ ਤੋਂ ਵੀ ਵੱਧ ਵਿਆਕੁਲ ਸੀ ਰਾਜੇ ਨੂੰ ਮਿਲਣ ਲਈ। ਉਹਨੇ ਭਰੇ ਗਲੇ ਨਾਲ ਰਾਜੇ ਦੁਆਲੇ ਇੰਨੀ ਘੁੱਟ ਕੇ ਆਪਣੀਆਂ ਬਾਹਾਂ ਵਲੀਆਂ ਕਿ ਉਹਨੂੰ ਕਾਰ ਚਲਾਉਣੀ ਭੁੱਲ ਗਈ। ਕੁਝ ਚਿਰ ਲਈ ਤਾਂ ਦੋਵੇਂ ਜਿੰਦਾਂ ਇੱਕ ਦੂਜੇ 'ਚ ਇਉਂ ਲੀਨ ਹੋ ਗਈਆਂ ਜਿਵੇਂ ਸਰੀਰ ਹੀ ਦੋ ਹੋਣ, ਦੋਹਾਂ 'ਚ ਰੂਹ ਇੱਕੋ ਹੀ ਹੋਵੇ। ਫਿਰ ਰਾਜੇ ਨੇ ਕਾਰ ਦੇ ਅੰਦਰ ਬੱਤੀ ਜਗਾਈ ਤੇ ਸਭ ਤੋਂ ਪਹਿਲਾਂ 5 ਵਰ੍ਹਿਆਂ ਤੋਂ ਵਿਛੜੀਆਂ ਰੂਹਾਂ ਨੇ ਇੱਕ ਦੂਜੇ ਦੇ ਚਿਹਰੇ ਨੂੰ ਨਜ਼ਰ ਭਰ ਕੇ ਦੇਖਿਆ। ਸਾਂਵਲੀ ਦੇ ਮੱਥੇ 'ਚ ਗਹਿਰੀ ਸੱਟ ਲੱਗ ਚੁੱਕੀ ਸੀ। ਚੁਬਾਰੇ ਤੋਂ ਹੇਠਾਂ ਰਾਜੇ ਦੀ ਕਾਰ ਦੇ ਪਿਛਲੇ ਪਾਸੇ ਡਿੱਗਣ ਕਾਰਨ ਉਹਨੇ ਸਾਂਵਲੀ ਦੀ ਸੱਟ ਨੂੰ ਆਪਣੇ ਪਿਆਰ ਦੇ ਝੁੰਮਣਾਂ ਨਾਲ ਟਕੋਰਿਆ ਤੇ ਸਾਂਵਲੀ ਤੋਂ ਇਸ ਸੱਟ ਲਈ ਮਾਫ਼ੀ ਮੰਗੀ। ਰਾਜੇ ਖਾਤਰ ਸਾਂਵਲੀ ਨੇ ਆਪਣੇ ਚਾਚੇ ਵੱਲੋਂ ਕੀਤੇ ਬੇਅੰਤ ਤਸੀਹੇ ਝੱਲੇ ਸਨ, ਜਿਨ੍ਹਾਂ ਬਾਰੇ ਰਾਜੇ ਨੂੰ ਕੁਝ ਵੀ ਨਹੀਂ ਸੀ ਪਤਾ। ਉਹਨੇ ਤਾਂ ਆਪਣੇ ਭਾਈ ਸਾਂਵਲੀ ਦੇ ਪਿਓ ਨਾਲ ਮਿਲ ਕੇ ਸਾਂਵਲੀ ਨੂੰ ਜਾਨੋਂ ਮਾਰ ਮੁਕਾਉਣ ਦੀ ਠਾਣ ਲਈ ਸੀ, ਕਿਉਂਕਿ ਉਹਦੇ ਚਾਚੇ ਵੱਲੋਂ ਲੱਭਿਆ ਇੱਕ ਰਿਸ਼ਤਾ ਸਾਂਵਲੀ ਨੇ ਠੁਕਰਾਇਆ ਸੀ। ਬਸ ਫਿਰ ਤਾਂ ਸਾਂਵਲੀ ਦੀ ਜਾਨ ਉੱਤੇ ਹੀ ਆ ਬਣੀ। ਘਰਦਿਆਂ ਨੇ ਸਾਂਵਲੀ ਨੂੰ ਅੰਦਰਲੀ ਕੋਠੜੀ 'ਚ ਘਸੀਟਦਿਆਂ ਸੋਟੀਆਂ ਨਾਲ ਇਉਂ ਕੁੱਟਿਆ ਜਿਵੇਂ ਕੋਈ ਛੱਲੀਆਂ ਕੁੱਟਦਾ। ਜਦ ਇਹ ਸਭ ਸਾਂਵਲੀ ਦੀ ਮਾਂ ਤੋਂ ਝੱਲਿਆ ਨਾ ਗਿਆ, ਉਹਨੇ ਬਹੁਤ ਸਾਰੀਆਂ ਸੋਟੀਆਂ ਦੇ ਵਾਰ ਆਪਣੇ ਪਿੰਡੇ ਉੱਤੇ ਸਹੇ ਤੇ ਸਾਂਵਲੀ ਨੂੰ ਸਮਝਾਇਆ, ਦੇਖ ਧੀਏ, ਅਸੀਂ ਤੇਰੇ ਦੁਸ਼ਮਣ ਤਾਂ ਨਹੀਂ, ਪਰ ਅਸੀਂ ਤੇਰਾ ਰਿਸ਼ਤਾ ਮਜ਼੍ਹਬੀਆਂ ਦੇ ਮੁੰਡੇ ਨਾਲ ਨਹੀਂ ਕਰ ਸਕਦੇ। ਤੇਰਾ ਪਿਓ ਬਰਾਦਰੀ 'ਚ ਕੀ ਮੂੰਹ ਦਿਖਾਊ? ਪੁੱਤ ਤੂੰ ਬਾਤ ਨੂੰ ਸਮਝ। ਪਰ ਸਾਂਵਲੀ ਨੇ ਤਾਂ ਇੱਕੋ ਨੰਨਾ ਫੜ ਰੱਖਿਆ ਸੀ, ਸ਼ਾਦੀ ਕਰਾਊਂ ਤਾਂ ਸਿਰਫ ਰਾਜੇ ਨਾਲ, ਭਾਵੇਂ ਮੇਰੇ ਟੋਟੇ ਕਰ ਦਿਓ। ਕੁਝ ਪਲਾਂ ਲਈ ਸਾਂਵਲੀ ਦੀਆਂ ਅੱਖਾਂ ਅੱਗੇ ਅਤੀਤ ਦੀ ਤਸਵੀਰ ਉਘੜ ਆਈ ਸੀ। ਹੁਣ ਸਾਂਵਲੀ ਦੇ ਨੈਣਾਂ 'ਚੋਂ ਰਾਜੇ ਲਈ ਬੇਅੰਤ ਮੁਹੱਬਤ ਡੁੱਲ ਡੁੱਲ ਪੈ ਰਹੀ ਸੀ। ਉਹਨੇ ਤਾਂ ਅੱਜ ਇਹ ਖਤਰਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਮੁੱਲ ਲਿਆ ਸੀ। ਪਿਛਲੇ 5 ਵਰ੍ਹਿਆਂ ਤੋਂ ਸਾਂਵਲੀ ਦੇ ਮਾਪਿਆਂ ਮੂਹਰੇ ਹਾੜੇ ਕੱਢ ਥੱਕ ਚੁੱਕਿਆ ਸੀ। ਕਈ ਹੀਲੇ ਵਸੀਲੇ ਕੀਤੇ ਸਨ। ਰਾਜੇ ਨੇ ਸਾਂਵਲੀ ਦਾ ਰਿਸ਼ਤਾ ਲੈਣ ਲਈ ਉਹਦੇ ਮਾਪਿਆਂ ਮੂਹਰੇ ਹੱਥ ਜੋੜੇ ਸਨ। ਉਹਨਾਂ ਦੇ ਪੈਰੀਂ ਵੀ ਪਿਆ ਸੀ। ਆਪਣੀ ਵਿਧਵਾ ਮਾਂ ਨੂੰ ਸਾਂਵਲੀ ਦੇ ਚਾਚੇ ਤੇ ਪਿਓ ਕੋਲ ਸਾਂਵਲੀ ਦਾ ਸਾਕ ਲੈਣ ਲਈ ਭੇਜ ਕੇ ਹੱਥ ਜੁੜਵਾਏ ਸਨ। ਰਾਮ ਰੱਖੀ ਆਪਣੇ ਇਕਲੌਤੇ ਪੁੱਤ ਦੀ ਖੁਸ਼ੀ ਲਈ ਸਾਂਵਲੀ ਦੇ ਚਾਚੇ ਮੈਂਗਲ ਦੇ ਪੈਰੀਂ ਵੀ ਪਈ, ਪਰ ਨਾ ਉਹਨਾਂ ਦਾ ਇੱਕੋ ਹੀ ਉੱਤਰ ਸੀ, ਅਸੀਂ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਦੇਵਾਂਗੇ, ਪਰ ਮਜ਼੍ਹਬੀ ਦੇ ਪੁੱਤ ਨਾਲ ਸਾਕ ਨਹੀਂ ਕਰਨਾ।
ਆਖਰੀ ਵਾਰੀ ਜਦੋਂ ਉਹਨੇ ਰਾਜੇ ਦੇ ਮਾਮੇ ਨੂੰ ਸਾਂਵਲੀ ਦੇ ਪਿਓ ਕੋਲ ਭੇਜਿਆ ਤਾਂ ਉਹਦੇ ਚਾਚੇ ਦਾ ਉੱਤਰ ਸੁਣ ਕੇ ਜਿਵੇਂ ਰਾਮ ਰੱਖੀ ਥਰ-ਥਰ ਕੰਬ ਗਈ। ਮੈਂਗਲ ਨੇ ਰਾਮ ਰੱਖੀ ਤੇ ਉਹਦੇ ਭਰਾ ਸਰਜੂ ਨੂੰ ਲਲਕਾਰਦਿਆਂ ਸਾਫ਼-ਸਾਫ਼ ਕਹਿ ਦਿੱਤਾ ਸੀ, ਸਰਜੂ, ਜੇਕਰ ਸਾਡੀ ਕੁੜੀ ਭੱਜ ਕੇ ਤੁਹਾਡੇ ਤੱਕ ਪੁੱਜਦੀ ਹੈ ਤੇ ਜਾਂ ਤੁਹਾਡਾ ਮੁੰਡਾ ਸਾਡੇ ਪਿੰਡ ਦੀ ਜੂਹ 'ਚ ਅਸੀਂ ਕਦੇ ਵੇਖ ਲਿਆ ਤਾਂ ਤੁਸੀਂ ਜਾਣ ਲੈਣਾ, ਅਸੀਂ ਪਹਿਲਾਂ ਰਾਜੇ ਦੇ ਫਿਰ ਸਾਂਵਲੀ ਦੇ ਟੋਟੇ-ਟੋਟੇ ਕਰਵਾ ਕੇ ਕਿਸੇ ਐਸੇ ਖੂਹ ਖਾਤੇ 'ਚ ਸੁੱਟਾਂਗੇ ਜਿੱਥੇ ਤੁਹਾਡੇ ਫਰਿਸ਼ਤੇ ਵੀ ਨਹੀਂ ਪਹੁੰਚ ਸਕਦੇ। ਤੁਹਾਡੇ ਲਈ ਆਖਰੀ ਵਾਰਨਿੰਗ ਹੈ ਕਿ ਜੇ ਤੁਸੀਂ ਆਪਣੇ ਮੁੰਡੇ ਨੂੰ ਜਿਉਂਦਾ ਦੇਖਣਾ ਹੈ ਤਾਂ ਉਹ ਮੁੜ ਕਦੇ ਵਜ਼ੀਰਪੁਰ ਪਿੰਡ ਦੇ ਨੇੜੇ ਤੇੜੇ ਵੀ ਸਾਨੂੰ ਨਜ਼ਰ ਨਾ ਆਏ। ਇਹ ਸਾਡੀ ਸਾਰੇ ਟੱਬਰ ਦੀ ਤਾੜਨਾ ਹੈ ਤੁਹਾਨੂੰ। ਸਾਂਵਲੀ ਦੇ ਚਾਚੇ ਮੈਂਗਲ ਦੀ ਲਲਕਾਰ ਤਾਂ ਜਿਵੇਂ ਰਾਮ ਰੱਖੀ ਦਾ ਕਲੇਜਾ ਵਲੂੰਦਰ ਕੇ ਲੈ ਗਈ ਸੀ। ਉਹਨੇ 2-3 ਦਿਨਾਂ 'ਚ 5-6 ਲੱਖ ਰੁਪਇਆ ਇੱਧਰੋਂ ਉੱਧਰੋਂ ਮੰਗ ਤੰਗ ਕੇ ਹਫ਼ਤੇ ਦੇ ਅੰਦਰ ਅੰਦਰ ਰਾਜੇ ਨੂੰ ਇੱਕ ਏਜੰਟ ਰਾਹੀਂ ਇਰਾਕ ਭੇਜ ਦਿੱਤਾ, ਜਿੱਥੇ ਉਹ ਅਮਰੀਕਨ ਮਿਲਟਰੀ ਦੇ ਲੋਕਾਂ ਦੇ ਜੁੱਤੇ ਪਾਲਿਸ਼ ਕਰਦਾ, ਕੱਪੜੇ ਧੋਂਦਾ, ਕੱਪੜੇ ਪ੍ਰੈਸ ਕਰਦਾ, ਮਿਲਟਰੀ ਦੇ ਟੈਂਟਾਂ ਦੀ ਸਫਾਈ ਕਰਦਾ ਤੇ ਇਹ ਸਾਰੀ ਸਿਰਦਰਦੀ ਲਈ ਉਸ 900 ਅਮਰੀਕਨ ਡਾਲਰ ਮਹੀਨੇ ਦੇ ਮਿਲਦੇ ਸਨ। ਉਹ ਜਾਣੇ, ਪਰ ਹੁਣ ਰਾਮ ਰੱਖੀ ਨੂੰ ਸੁੱਖ ਦਾ ਸਾਹ ਆਉਣ ਲੱਗਿਆ। ਸਾਂਵਲੀ ਦਾ ਚਾਚਾ ਮੈਂਗਲ ਕੱਲ ਜੋਗੀ ਹੁਣ ਤਾਂ ਰਾਜੇ ਤੱਕ ਪਹੁੰਚਣ ਤੋਂ ਰਿਹਾ। ਰਾਜੇ ਨੇ 3 ਮਹੀਨੇ ਪਿੱਛੋਂ 40,000 ਰੁਪਏ ਆਪਣੀ ਮਾਂ ਨੂੰ ਭੇਜੇ ਤਾਂ ਮਾਂ ਜਿਵੇਂ ਫੁੱਲੀ ਨਾ ਸਮਾਈ। ਪੁੱਤ ਦੀ ਪਹਿਲੀ ਕਮਾਈ ਦੇ ਪੈਸੇ ਦੇਖ ਮਾਂ ਦੇ ਜਿਵੇਂ ਪੈਰ ਭੁੰਜੇ ਨਹੀਂ ਸੀ ਲੱਗ ਰਹੇ। ਰੁਪਏ ਗਿਣਦੀ ਨੇ ਜਦੋਂ ਲਿਫਾਫੇ 'ਚੋਂ ਕੱਢ ਕੇ ਰਾਜੇ ਦੇ ਹੱਥਾਂ ਦਾ ਇੱਕ ਰੁੱਕਾ ਪੜਿਆ ਤਾਂ ਜਿਵੇਂ ਉਹਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਹੱਥਾਂ 'ਚ ਫੜੇ ਨੋਟ ਤੇ ਉਹਦੀ ਸਾਰੀ ਦੇਹ ਥਰ-ਥਰ ਕੰਬਣ ਲੱਗੀ। ਮੁੰਡਾ ਜੋ ਰਾਜੇ ਦਾ ਦੋਸਤ ਪੈਸੇ ਦੇਣ ਆਇਆ ਸੀ, ਰਾਮ ਰੱਖੀ ਨੂੰ ਇਸ ਹਾਲ ਦੇਖ ਕੇ ਘਬਰਾ ਗਿਆ। ਕੀ ਹੋਇਆ ਆਂਟੀ ਜੀ, ਪੈਸੇ ਤਾਂ ਪੂਰੇ ਹੈ। ਕੀ ਲਿਖਿਆ ਰਾਜੇ ਨੇ ਇਸ ਕਾਗਜ਼ ਉੱਤੇ ਜੋ ਤੁਸੀਂ ਥਰ-ਥਰ ਕੰਬ ਗਏ? ਉਹ ਤਾਂ ਚੰਗਾ ਭਲਾ ਸੀ ਉੱਥੋਂ ਜਦੋਂ ਮੈਂ ਚੱਲਿਆ ਸੀ। ਕੁਛ ਨਹੀਂ ਪੁੱਤ। ਕੋਈ ਗੱਲ ਤਾਂ ਹੈ ਆਂਟੀ ਜੀ, ਦੱਸੋ ਤਾਂ ਸਹੀ। ਮੈਂ ਪਿਛਲੇ ਹਫ਼ਤੇ ਦਿੱਲੀ ਉਤਰਿਆ ਸੀ ਤਾਂ ਬਿਲਕੁਲ ਠੀਕ ਠਾਕ ਸੀ। ਅਸੀਂ ਦੋਵੇਂ ਮਿਲਟਰੀ ਦੇ ਅੰਡਰ ਕੰਮ ਕਰਦੇ ਹਾਂ। ਮੈਨੂੰ ਵੀ ਉਹੀ ਤਨਖਾਹ ਮਿਲਦੀ ਹੈ ਜੋ ਰਾਜੇ ਨੂੰ। ਰੋਟੀ ਪਾਣੀ ਸਾਨੂੰ ਮਿਲਟਰੀ 'ਚੋਂ ਫ੍ਰੀ ਹੈ। ਤਾਂ ਹੀ ਰਾਜੇ ਨੇ 3 ਮਹੀਨੇ 'ਚ 40,000 ਰੁਪਏ ਬਚਾ ਲਏ। ਹਾਂ, ਨਾਲੇ ਹੁਣ ਉਹ ਖੁਸ਼ ਹੈ ਕਿਉਂਕਿ ਉਹਦੀ ਪ੍ਰੇਮਿਕਾ ਸਾਂਵਲੀ ਦਾ ਫੋਨ ਵੀ ਉਹਨੂੰ ਆ ਜਾਂਦਾ ਹੈ। ਸਾਂਵਲੀ ਬਾਰੇ ਸੁਣ ਕੇ ਰਾਮ ਰੱਖੀ ਹੋਰ ਵੀ ਦੁਖੀ ਹੋ ਗਈ। ਇਹਨਾਂ ਦੋਹਾਂ ਨੇ ਐਡੀ ਦੂਰ ਜਾ ਕੇ ਵੀ ਆਪਣੀ ਜ਼ਿੱਦ ਫੜੀ ਹੋਈ ਹੈ। ਜੇਕਰ ਉਹਦੇ ਮਾਂ-ਪਿਓ ਨਹੀਂ ਚਾਹੁੰਦੇ ਰਾਜੇ ਨਾਲ ਸਾਂਵਲੀ ਦਾ ਵਿਆਹ ਕਰਨਾ ਤਾਂ ਸਾਂਵਲੀ ਖਾਮ-ਖਾ ਕਿਉਂ ਮੇਰੇ ਪੁੱਤ ਦੀ ਜਾਨ ਦੇ ਪਿੱਛੇ ਪਈ ਹੋਈ ਹੈ? ਆਪ ਮਰੂ ਇੱਕ ਦਿਨ, ਨਾਲੇ ਮੇਰੇ ਪੁੱਤ ਨੂੰ ਮਰਵਾਊ। ਰਾਮ ਰੱਖੀ ਮਨ ਹੀ ਮਨ ਮੈਂਗਲ, ਸਾਂਵਲੀ ਦੇ ਚਾਚੇ ਤੇ ਪਿਓ ਦੋਹਾਂ ਦੇ ਖੂੰਖਾਰ ਚਿਹਰਿਆਂ ਨੂੰ ਚਿਤਵਦੀ ਜਿਵੇਂ ਹਾਲੋਂ ਬੇਹਾਲ ਹੋ ਰਹੀ ਸੀ। ਉਹਦੀਆਂ ਅੱਖਾਂ 'ਚ ਭਰੇ ਅੱਥਰੂ ਹੁਣ ਕੜ ਪਾੜ ਕੇ ਵਹਿ ਤੁਰਨ ਲਈ ਵਿਆਕੁਲ ਸਨ। ਰਾਮ ਰੱਖੀ ਨੇ ਰਾਜੇ ਦੇ ਦੋਸਤ ਤੋਂ ਇਹਨਾਂ ਅੱਥਰੂਆਂ ਨੂੰ ਛੁਪਾਉਂਦਿਆਂ ਆਪਣੇ ਦਰਦ ਨੂੰ ਅੰਦਰੋਂ ਅੰਦਰ ਹੀ ਲੁਕਾਉਣਾ ਚਾਹਿਆ, ਪਰ ਸੂਰਤ ਸਿੰਘ ਜਿਵੇਂ ਉਹਦੀ ਦੁੱਖ ਦੀ ਰਗ ਨੂੰ ਪਛਾਣ ਗਿਆ ਸੀ। ਕੀ ਲਿਖਿਆ ਆਂਟੀ ਜੀ ਰਾਜੇ ਨੇ ਇਸ ਰੁੱਕੇ 'ਚ? ਤੁਸੀਂ ਦੱਸੋ ਤਾਂ ਸਹੀ ਮੈਨੂੰ। ਸੂਰਤ ਸਿੰਘ ਨਹੀਂ ਸੀ ਜਾਣਦਾ ਕਿ ਰਾਜੇ ਦੇ ਪੈਸਿਆਂ ਦੇ ਨਾਲ-ਨਾਲ ਕੀ ਸੁਨੇਹਾ ਲਿਖ ਦਿੱਤਾ ਆਪਣੀ ਮਾਂ ਨੂੰ, ਜੋ ਖੁਸ਼ ਹੋਣ ਦੀ ਬਜਾਏ ਦਰਦ ਨਾਲ ਕਰਾਹ ਉੱਠੀ ਸੀ। ਇਸ ਦਰਦ ਨੂੰ ਜਾਣਨ ਲਈ ਉਹਨੇ ਰਾਮ ਰੱਖੀ ਦੇ ਕੋਲ ਨੂੰ ਹੁੰਦਿਆਂ ਫਿਰ ਦੁਬਾਰਾ ਪੁੱਛਿਆ, ਮੈਨੂੰ ਦੱਸੋ ਆਂਟੀ ਜੀ ਕੀ ਗੱਲ ਹੈ? ਸ਼ਾਇਦ ਮੈਂ ਕੁਝ ਕੰਮ ਆ ਸਕਾਂ ਤੁਹਾਡੇ। ਰਾਜਾ ਰਾਮ ਬਹੁਤ ਪੱਕਾ ਦੋਸਤ ਹੈ। ਅਸੀਂ ਦੋਵੇਂ ਇੱਕ ਦੂਜੇ ਦੇ ਸਹਾਰੇ ਜਿਉਂਦੇ ਹਾਂ। ਤੁਸੀਂ ਮੈਨੂੰ ਆਪਣਾ ਦੁੱਖ ਦੱਸਣ 'ਚ ਝਿਜਕ ਨਾ ਕਰੋ। ਸੂਰਤ ਸਿੰਘ ਹੁਣ ਜਿਵੇਂ ਰਾਮ ਰੱਖੀ ਨੂੰ ਰਾਜੇ ਤੋਂ ਵੀ ਵੱਧ ਪਿਆਰਾ ਲੱਗ ਰਿਹਾ ਸੀ। ਉਹ ਆਪਣੇ ਅੱਥਰੂ ਚੁੰਨੀ ਦੀ ਚੂਕ ਨਾਲ ਪੂੰਝਦੀ ਬੋਲੀ, ਇਹ ਤੇਰਾ ਦੋਸਤ ਵੀ ਬੜਾ ਬੇਸਮਝ ਹੈ। ਬਿਨਾਂ ਸੋਚੇ ਸਮਝੇ ਮੈਨੂੰ ਕਿਸੇ ਨਾ ਕਿਸੇ ਸਮੱਸਿਆ 'ਚ ਪਾਈ ਰੱਖਦਾ ਹੈ। ਮਸਾਂ ਮੈਨੂੰ ਸੁੱਖ ਦਾ ਸਾਹ ਆਇਆ ਸੀ, ਹੁਣ ਮੈਨੂੰ ਹੋਰ ਫਾਹੇ ਚੜ੍ਹਨ ਲਈ ਕਹਿ ਦਿੱਤਾ। ਦੱਸੋ ਤਾਂ ਸਹੀ, ਮੈਂ ਤੁਹਾਡੀ ਸਮੱਸਿਆ ਸ਼ਾਇਦ ਹੱਲ ਕਰ ਸਕਾਂ। ਕਿੱਥੇ ਪੁੱਤ, ਇਹ ਫਾਹਾ ਤਾਂ ਮੈਨੂੰ ਹੀ ਲੈਣਾ ਪੈਣਾ। 2-3 ਦਿਨ ਪਹਿਲਾਂ ਸਾਂਵਲੀ ਨੂੰ ਮਾਰਨ ਲਈ ਸਾਂਵਲੀ ਦੇ ਚਾਚੇ ਨੇ ਉਹਨੂੰ ਫਨਾਇਲ ਦੀਆਂ ਗੋਲੀਆਂ ਦਾ ਜ਼ਬਰਦਸਤੀ ਘੋਲ ਪਿਲਾਤਾ, ਜਿਸ ਨਾਲ ਉਹਨੂੰ ਉਲਟੀਆਂ ਟੱਟੀਆਂ ਲੱਗ ਗਈਆਂ ਤੇ ਲਿਖਿਆ ਹੈ ਕਿ ਉਹ ਬਚ ਤਾਂ ਗਈ ਹੈ, ਪਰ ਉਹਦਾ ਗਲਾ ਸੁੱਜ ਗਿਆ ਤੇ ਉਹਦੀ ਆਵਾਜ਼ ਬਿਲਕੁਲ ਬੰਦ ਹੋ ਚੁੱਕੀ ਹੈ। ਕੋਈ ਉਹਦੀ ਦਵਾ ਦਾਰੂ ਵੀ ਹੁਣ ਨਹੀਂ ਕਰ ਰਿਹਾ ਤੇ ਮੈਨੂੰ ਰਾਜੇ ਨੇ ਲਿਖਿਆ ਕਿ ਮੈਂ ਕਿਵੇਂ ਨਾ ਕਿਵੇਂ ਉਹਦੇ ਪਿੰਡ ਵਜ਼ੀਰਪੁਰ ਜਾਵਾਂ, ਉਹਦੇ ਇਲਾਜ ਲਈ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਦੇਵਾਂ, ਨਾਲ 20,000 ਰੁਪਏ ਵੀ ਦੇ ਕੇ ਆਵਾਂ।
ਦੱਸ ਪੁੱਤ, ਭਲਾ ਮੈਂ ਕਿਵੇਂ ਉਸ ਦੇ ਪਿੰਡ ਜਾ ਸਕਦੀ ਹਾਂ? ਅਗਲੇ ਤਾਂ ਮੈਨੂੰ ਵੱਢਣ ਨੂੰ ਫਿਰਦੇ ਆ। ਹੁਣ ਉਹਨਾਂ ਦੀ ਧੀ ਹੈ, ਮੈਂ ਕੀ ਕਰ ਸਕਦੀ ਹਾਂ ਇਕੱਲੀ ਘਰ? ਮੇਰੇ ਨਾਲ ਨਾ ਕੋਈ ਭੈਣ ਨਾ ਭਾਈ, ਉਹ ਤਾਂ ਮੇਰੇ ਉੱਤੇ ਹੁਕਮ ਚਲਾ ਦਿੰਦਾ ਬੈਠਾ ਬਿਠਾਇਆ। ਮੈਂ ਤਾਂ ਉਹਨੂੰ ਟੈਲੀਫੋਨ ਵੀ ਨਹੀਂ ਕਰ ਸਕਦੀ। ਉਹ ਐਡੀ ਦੂਰ ਇਰਾਕ 'ਚ ਬੈਠਾ ਪਤਾ ਨਹੀਂ ਕਿਵੇਂ ਸਾਂਵਲੀ ਨਾਲ ਸੰਪਰਕ ਬਣਾਈ ਰੱਖਦਾ ਹੈ। ਸੰਪਰਕ ਦਾ ਕੁਛ ਨਾ ਪੁੱਛੋ ਆਂਟੀ ਜੀ, ਅੱਜ ਕੱਲ੍ਹ ਟੈਲੀਫੋਨ ਤਾਂ ਹਰ ਥਾਂ ਪਹੁੰਚ ਜਾਂਦਾ ਹੈ। ਪਰ ਉਸ ਕੁੜੀ ਨੇ ਰਾਜੇ ਦਾ ਪਤਾ ਕਿੱਥੋਂ ਲਿਆ? ਰਾਮ ਰੱਖੀ ਨੇ ਸਵਾਲ ਕੀਤਾ। ਆਂਟੀ ਜੀ, ਇਹ ਸਭ ਗੱਲਾਂ ਛੱਡੋ, ਹੁਣ ਦੱਸੋ ਉਹ ਕੀ ਚਾਹੁੰਦਾ ਹੈ? ਬਸ ਇਹੀ ਕਿ ਸਾਂਵਲੀ ਦੀ ਦੇਖਭਾਲ ਹੋਵੇ ਤੇ ਉਸ ਤੱਕ ਪੈਸੇ ਪਹੁੰਚ ਜਾਣ। ਮੈਂ ਕਰਦਾ ਕੋਈ ਹੀਲਾ ਉਸ ਤੱਕ ਪਹੁੰਚਣ ਦਾ। ਕਿਸੇ ਮਿਲਟਰੀ ਮੈਨ ਨਾਲ ਹੀ ਗੱਲ ਕਰਨੀ ਪਏਗੀ। ਸੂਰਤ ਸਿੰਘ ਦੀ ਗੱਲ ਸੁਣ ਕੇ ਜਿਵੇਂ ਰਾਮ ਰੱਖੀ ਦੇ ਦਿਲ ਤੋਂ ਕਾਫੀ ਬੋਝ ਹਲਕਾ ਹੋ ਗਿਆ ਸੀ। ਉਹਨੇ ਝੱਟ 20,000 ਰੁਪਏ ਸੂਰਤ ਸਿੰਘ ਦੀ ਹਥੇਲੀ 'ਤੇ ਰੱਖਦਿਆਂ ਕਿਹਾ, ਪੁੱਤ ਜਿਵੇਂ ਹੋ ਸਕੇ ਉਸ ਕੁੜੀ ਦੀ ਜਾਨ ਬਚਾ। ਉਹਦਾ ਚਾਚਾ ਤਾਂ ਨਿਰਾ ਕੈਦੋਂ ਹੈ, ਕੈਦੋਂ। ਉਹਨੂੰ ਜਾਨੋਂ ਮਾਰਨ 'ਤੇ ਤੁਲਿਆ ਹੋਇਆ, ਮਾਰ ਕੇ ਹੀ ਦਮ ਲਊ। ਉਹ ਕਿਉਂ? ਕਿਉਂਕਿ ਜਿੱਥੇ ਵੀ ਉਹ ਕੋਈ ਰਿਸ਼ਤਾ ਕੁੜੀ ਲਈ ਦੇਖਦੇ ਹੈ, ਕੁੜੀ ਸਾਫ਼ ਇਨਕਾਰ ਕਰ ਦਿੰਦੀ ਹੈ। ਸਾਫ਼ ਸ਼ਬਦਾਂ 'ਚ ਕਹਿੰਦੀ ਹੈ ਕਿ ਮੈਨੂੰ ਮਰਨਾ ਮਨਜ਼ੂਰ ਹੈ, ਪਰ ਸ਼ਾਦੀ ਮੇਰੀ ਜੇ ਹੋਏਗੀ ਤਾਂ ਰਾਜੇ ਨਾਲ ਹੀ। ਇਸੇ ਕਰਕੇ ਉਹਦੇ ਘਰ ਦੇ ਹੁਣ ਉਹਨੂੰ ਜਾਨੋਂ ਮਾਰ ਕੇ ਹੀ ਸਾਹ ਲੈਣਗੇ। ਸਾਰੀ ਗੱਲ ਦੱਸਦੀ ਹੋਈ ਜਿਵੇਂ ਰਾਮ ਰੱਖੀ ਰੋਣ ਹਾਕੀ ਹੋ ਗਈ ਸੀ। ਅੱਛਾ ਆਂਟੀ, ਤੁਸੀਂ ਘਬਰਾਓ ਨਾ, ਮੈਂ ਜਾਊਂ ਉਹਦੇ ਪਿੰਡ, ਸਭ ਕੁਝ ਠੀਕ ਹੋ ਜਾਏਗਾ। ਇੰਨਾ ਕਹਿੰਦਾ ਸੂਰਤ ਸਿੰਘ ਆਪਣੀ ਮੋਟਰਸਾਈਕਲ ਨੂੰ ਕਿੱਕ ਮਾਰਦਾ ਸਿੱਧਾ ਵਜ਼ੀਰਪੁਰ ਨੂੰ ਹੋ ਗਿਆ। 2 ਦਿਨ ਤੱਕ ਉਹ ਸਾਂਵਲੀ ਨੂੰ ਮਿਲਣ ਲਈ ਯਤਨ ਕਰਦਾ ਰਿਹਾ, ਪਰ ਸਭ ਬੇਕਾਰ। ਉਹਨੂੰ ਤਾਂ ਘਰਦਿਆਂ ਨੇ ਇੱਕ ਕੋਠੜੀ ਅੰਦਰ ਬੰਦ ਕਰ ਰੱਖਿਆ ਸੀ ਤੇ ਉਸ ਕੋਠੜੀ ਉੱਤੇ ਉਹਦੀ ਛੋਟੀ ਭੈਣ ਦਾ ਸਖਤ ਪਹਿਰਾ ਬਿਠਾ ਰੱਖਿਆ ਸੀ। ਉਹੀ ਉਹਨੂੰ ਅੰਦਰ ਕੈਦੀਆਂ ਵਾਂਗ ਰੋਟੀ ਟੁੱਕ ਫੜਾਉਂਦੀ, ਚਾਹ ਪਾਣੀ ਦਿੰਦੀ ਤੇ ਹਰ ਸਮੇਂ ਉਹਦੀ ਪਰਛਾਈ ਦੇ ਨਾਲ ਨਾਲ ਤੁਰਦੀ। ਆਥਣੇ ਉਹਦਾ ਪਿਓ ਤੇ ਚਾਚਾ ਪੂਰੇ ਦਿਨ ਦਾ ਵੇਰਵਾ ਸਾਂਵਲੀ ਦੀ ਛੋਟੀ ਭੈਣ ਤੋਂ ਪੁੱਛਦੇ। ਉਹਦਾ ਚਾਚਾ ਸਾਂਵਲੀ ਦੀ ਮਾਂ ਦੀ ਗੁੱਤ ਪੁੱਟਦਾ, ਉਹਨੂੰ ਬੁਰਾ ਭਲਾ ਕਹਿੰਦਾ ਜਿਹਨੇ ਐਸੀ ਧੀ ਜੰਮੀ ਸੀ। ਇਹਨਾਂ ਸਾਰੀਆਂ ਗੱਲਾਂ ਦਾ ਪਤਾ ਰਾਜੇ ਨੇ ਟੈਲੀਫੋਨ ਉੱਤੇ ਸੂਰਤ ਨੂੰ ਦੇ ਦਿੱਤਾ। ਫਿਰ ਉਸ ਤੱਕ ਪਹੁੰਚਣ ਦਾ ਰਾਹ ਵੀ ਸੂਰਤ ਸਿੰਘ ਨੂੰ ਦੱਸਿਆ। ਆਈ ਸੰਗਰਾਂਦ ਸਾਂਵਲੀ ਨੂੰ ਉਹਦੀ ਮਾਂ ਤੇ ਭਰਜਾਈ ਦਰਬਾਰ ਸਾਹਿਬ ਮੱਥਾ ਟਿਕਾਉਣ ਲਈ ਲੈ ਕੇ ਆਉਂਦੀਆਂ ਸੀ। ਜੇ ਉਹ ਤੁਰਨ ਫਿਰਨ ਜੋਗੀ ਹੋਈ ਤਾਂ ਉਹ ਸੰਗਰਾਂਦ ਵਾਲੇ ਦਿਨ ਦਰਬਾਰ ਸਾਹਿਬ ਜ਼ਰੂਰ ਮਿਲੂਗੀ। ਇਹ ਗੱਲ ਸਾਂਵਲੀ ਦੀ ਛੋਟੀ ਭੈਣ ਨੇ ਰਾਜੇ ਨੂੰ ਫੋਨ ਉੱਤੇ ਕਹਿਤੀ ਸੀ, ਜੋ ਸਾਂਵਲੀ ਦੇ ਦੁੱਖ ਨੂੰ ਸਮਝਦੀ ਸੀ। ਅੱਗੋਂ ਰਾਜੇ ਨੇ ਇਹੀ ਗੱਲ ਸੂਰਤ ਸਿੰਘ ਨੂੰ ਸਮਝਾ ਦਿੱਤੀ। ਸੂਰਤ ਸਿੰਘ ਹੁਣ ਕਾਫੀ ਮੁਸ਼ਕਿਲ 'ਚ ਸੀ। ਸੰਗਰਾਂਦ ਵਾਲੇ ਦਿਨ ਆਪਣੇ ਇੱਕ ਦੋਸਤ ਨੂੰ ਲੈ ਕੇ ਹਰਿਮੰਦਰ ਸਾਹਿਬ ਪਹੁੰਚਿਆ। ਜਿਵੇਂ ਜਿਵੇਂ ਰਾਜੇ ਨੇ ਉਹਨੂੰ ਸਮਝਾਇਆ, ਉਵੇਂ ਹੀ ਬਾਹਰ ਗੁਟਕੇ ਤੇ ਕੜਿਆਂ ਵਾਲੀ ਦੁਕਾਨ ਉੱਤੇ ਸਾਂਵਲੀ ਦੀ ਭੈਣ ਨੂੰ ਮਿਲਿਆ। ਸਾਂਵਲੀ ਤਾਂ ਨਹੀਂ ਸੀ ਆਈ। ਸੂਰਤ ਸਿੰਘ ਨੇ ਸਾਂਵਲੀ ਦਾ ਸਾਰਾ ਹਾਲ ਚਾਲ ਉਹ ਤੋਂ ਪੁੱਛ ਕੇ 20,000 ਰੁਪਏ ਸਾਂਵਲੀ ਦੇ ਇਲਾਜ ਲਈ ਸਾਂਵਲੀ ਦੀ ਭੈਣ ਦੀਪੀ ਨੂੰ ਫੜਾਤੇ ਤੇ ਕਿਹਾ, ਦੀਪੀ ਉਹ ਤੇਰੀ ਭੈਣ ਹੈ, ਤੇਰੇ ਘਰ ਦੇ ਉਹਦੀ ਜਾਨ ਦੇ ਪਿੱਛੇ ਪਈ ਹੋਈ ਹੈ। ਤੂੰ ਹੀ ਉਸ ਉੱਤੇ ਤਰਸ ਖਾ ਕੇ ਉਹਦਾ ਇਲਾਜ ਕਰਵਾ ਤੇ ਉਹਦੀ ਮਦਦ ਕਰ ਰਾਜੇ ਨਾਲ ਵਿਆਹ ਕਰਾਉਣ 'ਚ ਵੀ। ਦੀਪੀ ਤਾਂ ਸੱਚਮੁੱਚ ਸਾਰੇ ਟੱਬਰ ਵਿੱਚੋਂ ਇੱਕੋ ਇੱਕ ਜੀ ਸੀ ਜੋ ਸਾਂਵਲੀ ਲਈ ਆਪਣੀ ਜਾਨ ਜੋਖਮ 'ਚ ਪਾ ਸਕਦੀ ਸੀ। ਸੂਰਤ ਸਿੰਘ ਦੇ ਕਈ ਕਹਾਏ ਉਹਨੇ ਆਪਣੇ ਤਰੀਕੇ ਨਾਲ ਆਪਣੇ ਚਾਚੇ ਤੇ ਪਿਓ ਤੋਂ ਚੋਰੀ ਚੋਰੀ ਸਾਂਵਲੀ ਦਾ ਇਲਾਜ ਕਰਵਾਇਆ ਤੇ ਉਸ ਲਈ 100 ਸੱਚ ਝੂਠ ਬੋਲੇ। ਅੱਜ ਜਦੋਂ ਰਾਜਾ ਉਹਨੂੰ ਅੱਧੀ ਰਾਤ ਪਿੰਡ ਵਿੱਚੋਂ ਭਜਾ ਕੇ ਲੈ ਗਿਆ ਤਾਂ ਜਾਣ ਬੁੱਝ ਕੇ ਆਪਣੇ ਘਰਦਿਆਂ ਨਾਲ ਹੋਲੇ ਮਹੱਲੇ ਦੇ ਦੀਵਾਨ ਤੇ ਆਨੰਦਪੁਰ ਸਾਹਿਬ ਚਲੀ ਗਈ ਸੀ ਤਾਂ ਕਿ ਗੱਲ ਉਹਦੇ ਸਿਰ ਨਾ ਆਵੇ। ਪਰ ਦੀਪੀ ਨੂੰ ਰਾਜੇ ਤੇ ਸਾਂਵਲੀ ਦੇ ਭੱਜਣ ਦੀ ਸਾਰੀ ਸਕੀਮ ਦਾ ਪੂਰਾ ਪਤਾ ਸੀ। ਹੁਣ ਵਜ਼ੀਰਪੁਰ ਤੋਂ 10 ਕੁ ਮੀਲ ਦੀ ਦੂਰੀ ਤੇ ਜਾ ਕੇ ਰਾਜੇ ਨੇ ਆਪਣੀ ਕਾਰ ਚੰਡੀਗੜ੍ਹ ਵੱਲ ਮੋੜ ਲਈ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਉਸ ਵਕੀਲ ਦੇ ਘਰ ਪਹੁੰਚ ਗਿਆ ਜਿਹਨੇ ਉਹਦੀ ਸ਼ਾਦੀ ਲਈ ਸਾਰਾ ਪ੍ਰਬੰਧ ਕੀਤਾ ਸੀ। ਵਕੀਲ ਮੋਹਕਮ ਚੰਦ ਰਾਜੇ ਤੇ ਸਾਂਵਲੀ ਨੂੰ ਠੀਕ ਠਾਕ ਪਹੁੰਚੇ ਦੇਖ ਖੁਸ਼ ਹੋ ਗਿਆ। ਉਹਨੇ ਦੋਹਾਂ ਨੂੰ ਆਰਾਮ ਨਾਲ ਇੱਕ ਕਮਰੇ 'ਚ ਬਿਠਾ ਨੌਕਰ ਨੂੰ ਚਾਹ ਲਿਆਉਣ ਲਈ ਕਿਹਾ। ਦੋਹਾਂ ਨੇ ਵਕੀਲ ਮੋਹਕਮ ਚੰਦ ਦੇ ਘਰ ਪਹੁੰਚ ਕੇ ਸੁੱਖ ਦਾ ਸਾਹ ਲਿਆ ਤੇ ਚਾਹ ਦਾ ਇੱਕ ਕੱਪ ਪੀਤਾ। ਫਿਰ ਵਕੀਲ ਨੇ ਦੋਹਾਂ ਦੇ ਕੋਲ ਆ ਕੇ ਪੂਰੀ ਤਸੱਲੀ ਦਿੰਦਿਆਂ ਕਿਹਾ ਕਿ ਹੁਣ ਤੁਸੀਂ ਮੇਰੇ ਕੋਲ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ। ਮੈਂ ਪਹਿਲਾਂ ਹੀ ਸਾਰਾ ਇੰਤਜ਼ਾਮ ਕਰ ਰੱਖਿਆ। ਪੁਲਿਸ ਕੋਲੋਂ ਸਿਕਿਉਰਿਟੀ ਵੀ ਮੰਗੀ ਹੋਈ ਹੈ। ਤੁਸੀਂ ਦੋਵੇਂ ਬਾਲਗ ਹੋ, ਦੋਹਾਂ ਦੀਆਂ ਉਮਰਾਂ ਤੁਹਾਡੇ ਸਰਟੀਫਿਕੇਟਾਂ ਮੁਤਾਬਕ 25-25 ਸਾਲਾਂ ਤੋਂ ਉੱਤੇ ਹਨ। ਤੁਹਾਨੂੰ ਸ਼ਾਦੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਪਰ ਹਾਂ, ਪਹਿਲਾਂ ਗੁਰਦੁਆਰੇ ਆਨੰਦ ਕਾਰਜ ਹੋਣਗੇ, ਫਿਰ ਕੋਰਟ ਮੈਰਿਜ। ਅਸੀਂ ਗੁਰਦੁਆਰੇ ਵਾਲਾ ਮੈਰਿਜ ਸਰਟੀਫਿਕੇਟ ਕੋਰਟ 'ਚ ਦਿਖਾਉਣਾ ਹੈ। ਕੋਰਟ ਮੈਰਿਜ ਲਈ ਕੁੱਲ 20,000 ਰੁਪਏ ਲੱਗਣਗੇ।
ਬਾਕੀ ਗੁਰਦੁਆਰੇ ਵਾਲੇ ਭਾਈਆਂ ਕੋਲੋਂ ਤੁਹਾਡੇ ਲਈ ਨਵੇਂ ਜੋੜੇ, ਰੁਮਾਲਾ ਸਾਹਿਬ, ਕੁੜੀ ਲਈ ਕਲੀਰੇ, ਤੇਰੇ ਲਈ ਪੱਗ ਤੇ ਸਿਹਰਾ, ਸਭ ਕੁਝ ਮੰਗਵਾ ਕੇ ਰੱਖਿਆ। ਇਹ ਪੈਸੇ ਉਹਨਾਂ ਨੂੰ ਅਸੀਂ ਆ ਕੇ ਦੇਣੇ ਆ। ਬਸ ਹੁਣ ਤੁਸੀਂ ਨਹਾ ਧੋ ਕੇ ਗੁਰਦੁਆਰੇ ਜਾਣ ਲਈ ਤਿਆਰ ਹੋ ਜਾਓ। ਵਕੀਲ ਮੋਹਕਮ ਚੰਦ ਨੇ ਦੋਹਾਂ ਦੀ ਸਲਾਮਤੀ ਦੀ ਪੂਰੀ ਜ਼ਿੰਮੇਵਾਰੀ ਲਈ ਸੀ ਤੇ ਵਿਆਹ ਦੇ ਦੂਜੇ ਦਿਨ ਉਹਨਾਂ ਲਈ ਗੋਆ ਜਾਣ ਵਾਸਤੇ ਰੇਲ ਦੀਆਂ ਟਿਕਟਾਂ ਵੀ ਪਹਿਲਾਂ ਬੁੱਕ ਕਰਵਾ ਰੱਖੀਆਂ ਸੀ ਤੇ ਦੋਹਾਂ ਦੀ ਸਿਕਿਉਰਿਟੀ ਦਾ ਵੀ ਪੂਰਾ ਇੰਤਜ਼ਾਮ ਕਰ ਰੱਖਿਆ ਸੀ। ਹੁਣ ਸਵੇਰ ਦੇ 5 ਵੱਜਣ ਵਾਲੇ ਸਨ। ਵਕੀਲ ਸਾਹਿਬ ਨੇ ਰਾਜੇ ਦੇ ਸਿਰ ਸਿਹਰਾ ਸਜਾ ਦਿੱਤਾ ਤੇ ਸਾਂਵਲੀ ਨੂੰ ਸੂਹਾ ਲਾਲ ਨਵਾਂ ਜੋੜਾ ਪਹਿਨਾ ਗੁਰਦੁਆਰੇ ਸਿੰਘ ਸਭਾ ਪਹੁੰਚ ਗਿਆ। ਆਨੰਦ ਕਾਰਜ ਕਰਵਾਉਣ ਦਾ ਸਾਰਾ ਪ੍ਰਬੰਧ ਗੁਰਦੁਆਰੇ ਵਾਲੇ ਭਾਈਆਂ ਨੇ ਪਹਿਲਾਂ ਹੀ ਕਰ ਰੱਖਿਆ ਸੀ। ਸੰਗਰਾਂਦ ਦਾ ਦਿਨ ਹੋਣ ਕਰਕੇ ਗੁਰਦੁਆਰੇ 'ਚ ਸੰਗਤ ਵੀ ਭਾਰੀ ਸੰਖਿਆ 'ਚ ਜੁੜੀ ਹੋਈ ਸੀ। ਜਿਉਂ ਹੀ ਵਿਆਹ ਵਾਲੀ ਜੋੜੀ ਗੁਰਦੁਆਰੇ ਪਹੁੰਚੀ, ਸੰਗਤ ਨੇ ਬੜੇ ਚਾਅ ਨਾਲ ਉਹਨਾਂ ਦਾ ਸਵਾਗਤ ਕੀਤਾ। ਆਨੰਦ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਪਿੱਛੋਂ ਚਾਰੇ ਲਾਵਾਂ ਪੜ੍ਹੀਆਂ ਗਈਆਂ ਤੇ ਸੁਭਾਗ ਜੋੜੀ ਨੂੰ ਸੰਗਤਾਂ ਨੇ ਮੁਬਾਰਕਾਂ ਦਿੱਤੀਆਂ। ਖੁਦ ਮੋਹਕਮ ਚੰਦ ਨੇ ਦੋਹਾਂ ਦੇ ਸਿਰ ਉੱਤੇ ਹੱਥ ਧਰਦਿਆਂ ਦੋਹਾਂ ਨੂੰ ਆਸ਼ੀਰਵਾਦ ਦਿੱਤਾ। ਹੁਣ ਚਾਰੋਂ ਤਰਫ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਸੀ। ਸਾਂਵਲੀ ਦੇ ਚਿਹਰੇ ਦਾ ਰੰਗ ਖੁਸ਼ੀ 'ਚ ਸੂਹੇ ਗੁਲਾਬ ਵਾਂਗ ਖਿੜ ਗਿਆ ਸੀ। ਰਾਜੇ ਦੇ ਨੈਣਾਂ ਵਿੱਚੋਂ ਵੀ ਖੁਸ਼ੀ ਡੁੱਲ ਪੈ ਰਹੀ ਸੀ, ਪਰ ਰਾਜੇ ਨੂੰ ਇਸ ਵੇਲੇ ਆਪਣੀ ਮਾਂ ਦੇ ਆਸ਼ੀਰਵਾਦ ਲਈ ਉਹਦੀ ਗੈਰ ਹਾਜ਼ਰੀ ਦਾ ਅਹਿਸਾਸ ਹੋਇਆ। ਜੇ ਹੁਣ ਮੇਰੇ ਕੋਲ ਮਾਂ ਹੁੰਦੀ, ਮੈਂ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਚਰਨੀ ਹੱਥ ਲਾਉਂਦਾ, ਪਰ ਉਹ ਤਾਂ ਪਤਾ ਨਹੀਂ ਸਾਂਵਲੀ ਦੇ ਘਰਦਿਆਂ ਤੋਂ ਡਰਦੀ ਕਿੱਥੇ ਲੁਕੀ ਬੈਠੀ ਹੋਏਗੀ। ਤੇ ਜਦੋਂ ਦਾ ਰਾਜੇ ਨੇ ਮਾਂ ਨੂੰ ਫੋਨ ਉੱਤੇ ਦੱਸਿਆ ਸੀ ਕਿ ਮੈਂ ਸਾਂਵਲੀ ਨੂੰ ਉਹਦੇ ਘਰੋਂ ਭਜਾ ਲਿਆ ਹੁਣ ਤੂੰ ਫਿਕਰ ਨਾ ਕਰ, ਪਰ ਰਾਮ ਰੱਖੀ ਨੇ ਉੱਤਰ ਦਿੰਦਿਆਂ ਕਿਹਾ ਸੀ, ਪੁੱਤ ਰੱਬ ਖੈਰ ਕਰੇ। ਹੁਣ ਤਾਂ ਮੈਨੂੰ ਸਗੋਂ ਹੋਰ ਵੀ ਤੇਰਾ ਫਿਕਰ ਵੱਢ ਕੇ ਖਾਣ ਲੱਗ ਪਿਆ। ਕੀ ਪਤਾ ਸਾਂਵਲੀ ਦੇ ਚਾਚੇ ਕੈਦੋਂ ਦਾ ਦਿਨ ਚੜ੍ਹਦੇ ਤੱਕ ਕੀ ਚੰਦ ਚਾੜ੍ਹ ਦੇਵੇ। ਮਾਂ ਦੀ ਗੱਲ ਦਾ ਚੇਤਾ ਆਉਂਦਿਆਂ ਹੀ ਰਾਜੇ ਦੇ ਗੁਲਾਬੀ ਭਾਅ ਮਾਰਦੇ ਚਿਹਰੇ 'ਤੇ ਪਿਲੱਤਣ ਦੀ ਇੱਕ ਪਰਤ ਫੈਲ ਗਈ। ਜਦੋਂ ਆਨੰਦ ਕਾਰਜ ਸਮਾਪਤ ਹੋਣ ਪਿੱਛੋਂ ਮੋਹਕਮ ਚੰਦ ਤੇ ਉਹਦੀ ਪਤਨੀ ਨੇ ਜੋੜੀ ਦੇ ਸਿਰ ਉੱਤੇ ਹੱਥ ਧਰ ਕੇ ਮੁਬਾਰਕਬਾਦ ਕਹੀ ਤਾਂ ਜਿਵੇਂ ਰਾਜੇ ਨੂੰ ਬਹੁਤ ਵੱਡਾ ਧਰਵਾਸ ਮਿਲਿਆ। ਗੁਰਦੁਆਰੇ ਵਿਚਲੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਪਿੱਛੋਂ ਵਕੀਲ ਮੋਹਕਮ ਚੰਦ ਮੁੜ ਨਵੀਂ ਜੋੜੀ ਨੂੰ ਆਪਣੇ ਘਰ 22 ਸੈਕਟਰ 'ਚ ਲੈ ਆਇਆ ਤੇ ਦੋਹਾਂ ਨੂੰ ਤਸੱਲੀ ਦਿੰਦਿਆਂ ਕਿਹਾ, ਹੁਣ ਤੁਸੀਂ ਦੋਵੇਂ ਬੇਫਿਕਰ ਹੋ ਜਾਓ। ਮਠਿਆਈ ਦੇ ਡੱਬੇ 'ਚੋਂ ਇੱਕ ਬਰਫੀ ਦਾ ਟੁਕੜਾ ਦੋਹਾਂ ਨੂੰ ਦਿੰਦਿਆਂ ਵਕੀਲ ਨੇ ਪੂਰੀ ਜ਼ਿੰਮੇਵਾਰੀ ਲਈ ਕਿ ਹੁਣ ਸਾਂਵਲੀ ਦਾ ਚਾਚਾ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਨਾਲੇ ਹੁਣ ਪੁਲਿਸ ਸਿਕਿਉਰਿਟੀ ਵੀ ਸਾਡੇ ਨਾਲ ਹੈ। ਬਸ ਨਾਸ਼ਤਾ ਕਰੋ ਤੇ 10 ਵਜੇ ਨੂੰ ਅਸੀਂ ਕਚਹਿਰੀ ਪਹੁੰਚਣਾ ਹੈ। ਫਾਈਲ ਮੈਂ ਪਹਿਲਾਂ ਹੀ ਲਾ ਕੇ ਆਇਆ। ਸਾਂਵਲੀ ਤੇ ਰਾਜੇ ਦੇ ਦਿਲਾਂ ਦੀ ਧੜਕਣ ਹੁਣ ਜਿਵੇਂ ਕਾਬੂ 'ਚ ਨਹੀਂ ਸੀ ਤੇ ਉਹ ਦੋਵੇਂ ਪਿਆਰ ਭਰੀਆਂ ਨਜ਼ਰਾਂ ਨਾਲ ਇੱਕ ਦੂਜੇ ਨੂੰ ਵੇਖ ਰਹੇ ਸਨ। ਵਕੀਲ ਨੇ ਦੋਹਾਂ ਨੂੰ ਚੰਗੀ ਤਰ੍ਹਾਂ ਚਾਹ ਨਾਸ਼ਤਾ ਕਰਾਉਣ ਪਿੱਛੋਂ ਆਪਣੀ ਗੱਡੀ 'ਚ ਬਿਠਾ ਲਿਆ ਤੇ 10 ਵਜੇ ਨੂੰ ਕਚਹਿਰੀ ਪਹੁੰਚ ਗਿਆ। ਰਸਤੇ 'ਚ ਸਾਂਵਲੀ ਨੇ ਸੁਖਣਾ ਝੀਲ ਦੇ ਪਾਣੀਆਂ ਉੱਤੇ ਰੁਮਕਦੀ ਠੰਡੀ ਪੌਣ ਦੇ ਸੀਤ ਬੁੱਲਿਆਂ ਨੂੰ ਜਿਵੇਂ ਆਪਣੀ ਰੂਹ 'ਚ ਭਰ ਲਿਆ। ਰਾਜਾ ਵੀ ਝੀਲ ਵੱਲੋਂ ਆਉਂਦੀ ਖੁਸ਼ਬੂ ਭਰੀ ਹਵਾ ਨੂੰ ਮਹਿਸੂਸ ਕਰਦਾ ਖੁਸ਼ੀ 'ਚ ਝੂਮ ਰਿਹਾ ਸੀ। ਕਚਹਿਰੀ 'ਚ ਪਹੁੰਚ ਮੋਹਕਮ ਚੰਦ ਨੇ ਨਵੀਂ ਜੋੜੀ ਨੂੰ ਆਪਣੇ ਕਮਰੇ 'ਚ ਬਿਠਾਇਆ ਤੇ ਕਿਹਾ, ਤੁਸੀਂ ਇੱਥੇ ਬੈਠੋ, ਇਹ ਮੇਰਾ ਨੌਕਰ ਤੁਹਾਡੇ ਕੋਲ ਹੈ, ਡਰੋ ਨਾ, ਮੈਂ ਤੁਹਾਡੇ ਨਾਲ ਹੀ ਹਾਂ। ਇਹ ਕਹਿਣ ਪਿੱਛੋਂ ਵਕੀਲ 10 ਮਿੰਟਾਂ ਪਿੱਛੋਂ ਹੀ ਵਾਪਸ ਆਪਣੇ ਕਮਰੇ 'ਚ ਆ ਗਿਆ ਤੇ ਝੱਟ ਦੋਹਾਂ ਨੂੰ ਨਾਲ ਲੈ ਕੇ ਜੱਜ ਮੁਰਲੀ ਮਨੋਹਰ ਦੀ ਚੈਂਬਰ 'ਚ ਪਹੁੰਚ ਗਿਆ। ਇੱਥੇ ਤਾਂ ਅਣਗਿਣਤ ਫਾਈਲਾਂ ਲੱਗੀਆਂ ਹੋਈਆਂ ਸਨ। ਕਈ ਜੋੜੇ ਤਲਾਕ ਲੈਣ ਲਈ ਆਏ ਹੋਏ ਸਨ ਤੇ ਕਈ ਕੋਰਟ ਮੈਰਿਜ ਕਰਵਾਉਣ ਲਈ। ਜੱਜ ਛੇਤੀ ਆਪਣਾ ਕੰਮ ਨਿਪਟਾ ਰਿਹਾ ਸੀ, ਪਰ ਜਦੋਂ ਰਾਜੇ ਤੇ ਸਾਂਵਲੀ ਦੀ ਵਾਰੀ ਆਈ ਤਾਂ ਜੱਜ ਨੇ ਉਹਦੀ ਫਾਈਲ ਨੂੰ ਗੌਰ ਨਾਲ ਪੜ੍ਹਿਆ, ਦੋਹਾਂ ਦੀਆਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖਿਆ, ਗੁਰਦੁਆਰੇ ਵਾਲੇ ਸਰਟੀਫਿਕੇਟ ਨੂੰ ਵੀ ਚੰਗੀ ਤਰ੍ਹਾਂ ਘੋਖਿਆ, ਫਿਰ ਬਿਨਾਂ ਪੁੱਛੇ ਗਿੱਛੇ ਬਗੈਰ ਮੋਹਰ ਲਗਾ ਦਿੱਤੀ ਤੇ ਦੋਹਾਂ ਦੇ ਦਸਤਖਤ ਕਰਾਉਣ ਪਿੱਛੋਂ ਜੋੜੀ ਨੂੰ ਮੁਬਾਰਕਬਾਦ ਕਿਹਾ। ਹੁਣ ਰਾਜੇ ਦੇ ਦਿਮਾਗ ਉੱਤੋਂ ਮਣਾ ਮੂੰਹ ਬੋਝ ਉਤਰ ਗਿਆ ਸੀ। ਸਾਂਵਲੀ ਦੀਆਂ ਅੱਖਾਂ ਵਿੱਚੋਂ ਵੀ ਖੁਸ਼ੀ ਦੇ ਅੱਥਰੂ ਵਹਿ ਨਿਕਲੇ। ਉਹਨੇ ਘੁੱਟ ਕੇ ਰਾਜੇ ਦੁਆਲੇ ਆਪਣੀਆਂ ਦੋਵੇਂ ਬਾਹਾਂ ਵੜ ਲਈਆਂ, ਪਰ ਜਿਉਂ ਹੀ ਉਹ ਕਚਹਿਰੀ 'ਚੋਂ ਬਾਹਰ ਨਿਕਲੇ, ਸਾਂਵਲੀ ਨੇ ਪੌੜੀਆਂ ਦੇ ਝਰੋਖੇ 'ਚੋਂ ਬਾਹਰ ਦੇਖਿਆ ਤਾਂ ਉਹਦਾ ਚਾਚਾ ਮੈਂਗਲ, ਬਾਬਾ ਬਿਸ਼ਨਾ, ਉਹਦਾ ਬਾਪੂ ਤੇ ਕਈ ਹੋਰ ਬੰਦੇ ਡਾਂਗਾਂ ਲਈ ਸਾਹਮਣੇ ਗਰਾਊਂਡ 'ਚ ਬੈਠੇ ਸਾਂਵਲੀ ਤੇ ਰਾਜੇ ਦੀ ਰਾਹ ਤੱਕ ਰਹੇ ਸਨ। ਇਹ ਸਭ ਦੇਖ ਸਾਂਵਲੀ ਦਾ ਦਿਲ ਦਹਿਲ ਗਿਆ ਤੇ ਉਹ ਧੁਰ ਅੰਦਰੋਂ ਡਰ ਨਾਲ ਕੰਬ ਗਈ। ਉਹਨੇ ਕਚਹਿਰੀ ਤੋਂ ਬਾਹਰ ਪੈਰ ਕੱਢਣ ਤੋਂ ਪਹਿਲਾਂ ਵਕੀਲ ਮੋਹਕਮ ਚੰਦ ਨੂੰ ਸਾਰਿਆਂ ਦੇ ਨਾਂ ਗਿਣਾ ਦਿੱਤੇ ਤੇ ਕਿਹਾ, ਵਕੀਲ ਸਾਹਿਬ, ਹੁਣ ਇਹ ਸਾਨੂੰ ਜਿਉਂਦਾ ਨਹੀਂ ਛੱਡਣਗੇ, ਤੁਸੀਂ ਸਾਨੂੰ ਬਚਾ ਸਕਦੇ ਹੋ।
ਵਕੀਲ ਮੋਹਕਮ ਚੰਦ ਘਬਰਾਇਆ ਨਹੀਂ। ਆਪਣੇ ਨਾਲ ਇੱਕ ਹੋਰ ਵਕੀਲ ਰੈਸ਼ ਨੂੰ ਨਾਲ ਲੈ ਕੇ ਉਹਨਾਂ ਦੇ ਸਾਹਮਣੇ ਜਾ ਖੜਾ ਹੋਇਆ ਅਤੇ ਬੜੇ ਪਿਆਰ ਨਾਲ ਉਹਨੇ ਉਹਨਾਂ ਨੂੰ ਪੁੱਛਿਆ, ਤੁਸੀਂ ਸਾਂਵਲੀ ਨੂੰ ਢੂੰਡਣ ਆਏ ਹੋ? ਹਾਂ, ਸਾਂਵਲੀ ਦੇ ਚਾਚੇ ਨੇ ਰਾਜੇ ਤੇ ਸਾਂਵਲੀ ਨੂੰ ਕਈ ਗੰਦੀਆਂ ਗਾਲਾਂ ਕੱਢਦਿਆਂ ਪੁੱਛਿਆ। ਕਿੱਥੇ ਹਨ ਉਹ ਕੁੱਤੇ ਦੇ ਹੱਡ? ਅੱਜ ਅਸੀਂ ਦੋਹਾਂ ਨੂੰ ਟੋਟੇ ਟੋਟੇ ਕਰਕੇ ਹੀ ਸਾਹ ਲਵਾਂਗੇ। ਪਰ ਮੈਂ ਤੁਹਾਨੂੰ ਦੱਸ ਦੇਵਾਂ, ਤੁਹਾਡੇ ਸਾਰਿਆਂ ਦੇ ਨਾਂ ਪਹਿਲਾਂ ਹੀ ਪੁਲਿਸ ਥਾਣੇ 'ਚ ਲਿਖਵਾ ਦਿੱਤੇ ਗਏ ਹਨ। ਜੇਕਰ ਬੱਚਿਆਂ ਨੂੰ ਕੋਈ ਵੀ ਸੱਟ ਫੇਟ ਲੱਗੀ ਤਾਂ ਕਾਰਨ ਕੋਈ ਵੀ ਹੋਵੇ, ਸਭ ਤੋਂ ਪਹਿਲਾਂ ਤੁਹਾਨੂੰ ਹੱਥਕੜੀਆਂ ਲੱਗਣਗੀਆਂ। ਤੁਸੀਂ ਸਾਰੀ ਉਮਰ ਜੇਲ੍ਹਾਂ 'ਚ ਸੜੋਗੇ। ਜਵਾਨ ਬੱਚਿਆਂ ਉੱਤੇ ਤਸ਼ੱਦਦ ਕਰਨਾ ਕਾਨੂੰਨੀ ਜੁਰਮ ਹੈ, ਇਹ ਗੱਲ ਚੰਗੀ ਤਰ੍ਹਾਂ ਸਮਝ ਲਓ। ਵਕੀਲ ਮੋਹਕਮ ਚੰਦ ਦੀ ਗੱਲ ਸੁਣਦਿਆਂ ਹੀ ਸਾਰੇ ਦੇ ਸਾਰੇ ਝੱਗ ਵਾਂਗ ਬੈਠ ਗਏ। ਧੰਨਵਾਦ।